ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਹਰ ਕਿਰਪਾ ਤੇ ਹਰ ਕਿਰਪਾ ਤੇ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਬੁੱਧਵਾਰ ਦਾ ਦਿਨ ਇੱਕ ਪਹੁ ਸੰਮਤ 553 ਨਾਨਕਸ਼ਾਹੀ ਦਸੰਬਰ ਦੀ 15 ਤਾਰੀਖ ਸਤਿਗੁਰੂ ਅੰਗ 9 135 135 12 ਮਹਾ ਮਾਝ ਮਹਿਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਿਗੁਰ ਸਾਧ ਗੁਰੂ ਪਿਆਰੀ ਸਾਧ ਸੰਗਤ ਜੀਓ ਜੋ ਹੁਕਮ ਸਾਹਿਬ ਦਰਬਾਰ ਸਾਹਿਬ ਜੀ ਤੋਂ ਅੰਮ੍ਰਿਤਸਰ ਸਾਹਿਬ ਤੋਂ ਆਉਂਦੇ ਹਨ ਅੱਜ ਉਸ ਨੂੰ ਪੂਰਾ ਸ਼ਬਦ ਪੜ੍ਹ ਕੇ ਫਿਰ ਆਪਾਂ ਦੋ ਲੈਣਾ ਜੀ ਫਿਰ ਪੜ੍ਹ ਕੇ
ਫਿਰ ਉਹਦੀ ਜੋ ਉਸ ਦਰਬਾਰ ਸਾਹਿਬ ਜੀ ਦੇ ਲਿਖਿਆ ਆਉਂਦਾ ਹੈ ਬੋਰਡ ਤੇ, ਉਸ ਨੂੰ ਆਪਾਂ ਪਿਆਰ ਨਾਲ ਬੋਲ ਕੇ ਆਪ ਜੀ ਤੱਕ ਪਹੁੰਚਾਉਂਦੇ ਹਾਂ। ਆਪ ਜੀ ਸ਼ਰਨ ਕਰੋ ਸਤਿਗੁਰੂ ਜੀ ਦੇ ਸਾਧ ਸੰਗਤ ਜੀਓ। ਥੋੜੀ ਖੁੱਲ ਕੇ ਵਿਚਾਰ ਵੀ ਆਪ ਜੀ ਨਾਲ ਕਰਾਂਗੇ। ਯੂਨਾਈਟਿਡ ਕਿੰਗਡਮ ਇੰਗਲਿਸ਼ ਦੀ ਫਰਮਾਈ ਕਰਦਾ ਹੈ, तो दरबार साहब हुक्म के नामे नाल ट्रांसलेट इंग्लिश भी आती है। ओख तुखार न व्यापई, कंठ मिलिया हर नाहा, मन विद्या चरनार बिंद, दर्शन लगड़ा साहो। और गोविंद गोपाल राय, सेवा स्वामी ला, बिख्या कोहे न सकई, मिल साधु गुण गाहा। जह ते उपजी तह मिली, सच्ची प्रीत सुमा। कर गलीनी पार ब्रह्म, बाहर ना विछड़िया। बार जाऊं लख बेरिया, हर सज्जन आगम अथाह। सारम पाई नारायण 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 नारायण। नानक दार नानक दार पईया। भुख सुहंदा सर्ब सुख, जिस बख्शे वे परवाह। जिस बख्शे वे परवाह। जिस बख्शे वे परवाह। ਹੁਣ ਆਪਾਂ ਸ਼ਬਦ 12 ਮਾਹਾਂ ਦਾ ਸ਼ਬਦ 11ਵਾਂ ਸ਼ਬਦ ਹੈ 135 ਸਤਿਗੁਰੂ ਅੰਗ।
ਦੁਖਾਰ ਨਾ ਵਿਆਪਈ ਭੁਖ ਦੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਹਾਰ ਕੰਠ ਮਿਲਿਆ ਹਰ ਨਹਾਰ ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲੱਗੜਾ ਦਰਸ਼ਨ ਲੱਗੜਾ ਭੁਖ ਦੁਖਾਰ ਨ ਜਾਪਈ ਕੰਠ ਮਿਲਿਆ ਹਰ ਨਹਾਰ by the grace of the true Guru, one universal creator God, the grace of the true Guru, in the month of Poh, the cold does not touch those who how the husband Lord hugs also in his embrace close in his embrace, their mind are transfixed by his Lord's feet. In the month of Poh, the cold does not touch those how the husband Lord has close in his embrace. Their mind are transfixed by his Lord's feet. ਪੋਹ ਦੇ ਮਹੀਨੇ ਵਿੱਚ ਜਿਸ ਜੀਵ ਇਸਤਰੀ ਦੇ ਗਲ ਨਾਲ ਭਾਵ ਹਿਰਦੇ ਵਿੱਚ ਪ੍ਰਭੂ ਪਤੀ ਲੱਗਾ ਹੋਇਆ ਹੈ, ਉਸ ਨੂੰ ਕੱਕਰ ਮਨ ਦੀ ਕਠੋਰਤਾ, ਕੋਰਾਪਨ ਜ਼ੋਰ ਨਹੀਂ ਪਾ ਸਕਦਾ, ਕਿਉਂਕਿ ਉਸ ਦੀ ਬਿਰਤੀ ਪ੍ਰਭੂ ਦੇ ਦੀਦਾਰ ਦੀ ਤਾਂਘ ਵਿੱਚ ਜੁੜੀ ਰਹਿੰਦੀ ਹੈ। ਉਸ ਦਾ ਮਨ ਪ੍ਰਭੂ ਦੇ ਸੋਹਣੇ ਚਰਨਾਂ ਵਿੱਚ ਵਿਝਿਆ ਰਹਿੰਦਾ ਹੈ। ਸਤਿਗੁਰੂ ਜੀ ਦੇ ਪਿਆਰਿਓ, ਸਤ ਸੰਗਤ ਜੀਓ, ਆਪ ਜੀ ਦੇ ਅਸੀਸਾਂ ਸਦਕਾ, ਮੇਰਾ ਸਦਕਾ, ਜੋ ਵਾਹਿਗੁਰੂ ਜੀ ਦਾਸ ਨੂੰ ਅਨੁਭਵ ਕਰਾਉਂਦੇ ਹਨ, ਆਪ ਜੀ ਦੇ ਸਨਮੁਖ ਰੱਖ ਰਿਹਾ ਹਾਂ। ਹੋਰ ਅਸੀਸਾਂ ਬਖਸ਼ਣੀਆਂ, ਸਤਿਗੁਰੂ ਆਪ ਜੀ ਨੂੰ ਹੋਰ ਚੜ੍ਹਦੀਆਂ ਕਲਾਂ ਵਿੱਚ ਸੇਵਾ ਕਰਨ ਦਾ ਸੁਭਾਗ ਸਮਾਂ ਮਿਲੇ। ਪੋਹ ਦਾ ਮਹੀਨਾ ਬਹੁਤ ਠੰਡਾ ਹੁੰਦਾ ਹੈ। ਕਿਸੇ ਨੂੰ ਵੀ ਇਤਨਾ ਠੰਡਾ ਮਹੀਨਾ ਠੰਡ ਕਰਕੇ ਦੁੱਖ ਤਕਲੀਫ ਦੇ ਸਕਦਾ। ਤਾਈਓ ਤਾਂ ਇੱਕ ਐਗਜ਼ੈਂਪਲ ਹੈ ਉਹਨਾਂ ਲੋਕਾਂ ਵਾਸਤੇ। ਤਾਈਓ ਤਾਂ ਜ਼ਾਲਮਾਂ ਨੇ ਜ਼ੋਰਾਵਰ ਸਿੰਘ ਸਾਹਿਬਜ਼ਾਦਾ, ਫਤਿਹ ਸਿੰਘ ਸਾਹਿਬਜ਼ਾਦਾ, ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ,
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਲਾਡਲੇ ਅਤੇ ਦਾਦੀ ਮਾਤਾ ਜੀ ਨੂੰ ਠੰਡੇ ਬੁਰਜ ਵਿੱਚ ਦੁੱਖ ਤਕਲੀਫ ਦੇਣ ਦੀ ਆਪਣੀ ਪੂਰੀ ਵਾਹ ਲਾਈ ਇਸ ਪੋਹ ਦੇ ਮਹੀਨੇ 'ਚ। ਪਰ ਮੇਰੇ ਸਤਿਗੁਰੂ ਜੀ ਦਾ ਫਰਮਾਨ ਹੈ, ਇਹ ਕਹਿਣਾ ਹੈ ਕਿ ਉਸ ਨੂੰ ਪੋਖ ਦਾ ਮਹੀਨਾ, ਇਹ ਪੋਹ ਦਾ ਮਹੀਨਾ, ਇਹ ਪੋਖ ਦਾ ਮਹੀਨਾ ਉਸ ਨੂੰ ਨਹੀਂ ਵਿਆਪੇਗਾ, ਪਾਪ ਉਸ ਦਾ ਕੁਝ ਵੀ ਵਿਗਾੜ ਨਹੀਂ ਸਕਦਾ। ਜਿਸ ਨੂੰ ਮਿਲਿਆ ਹਰਿ ਨਾਉ, ਸਰੀਰ ਦੇ ਕਿਹੜੇ ਅੰਗ ਵਿੱਚ ਮਿਲਿਆ ਹੈ? ਇੱਕ ਤਾਂ ਇਹ ਹਿਰਦੇ ਵਿੱਚ ਸਤਿਗੁਰੂ ਜੀ ਪਰਵੇਸ਼ ਕਰਦੇ ਹਨ, ਹਿਰਦੇ ਵਿੱਚ ਆਉਣ ਮਿਲਦੇ ਹਨ ਤੇ ਪ੍ਰਗਟ ਹੁੰਦਾ ਹੈ ਕੰਠ ਦੁਆਰਾ। ਇਹ ਸ਼ਬਦ ਆਇਆ ਹੈ ਕੰਠ ਮਿਲਿਆ ਹਰਿ ਨਾਉ। ਆਪਾਂ ਅੱਜ ਕੰਠ ਦੀ ਖੋਲੀ ਖੋਲ ਕੇ ਗੱਲ ਕਰ ਰਹੇ ਹਾਂ। ਪ੍ਰਗਟ ਹੁੰਦਾ ਹੈ ਕੰਠ ਦੁਆਰਾ, ਭਾਵ ਗਲੇ ਦੁਆਰਾ, ਤੇ ਗਲੇ ਦਾ ਸੰਬੰਧ ਪ੍ਰਗਟ ਹੋਏ ਹਰਿ ਨਾਮ ਨੂੰ ਰਸਨਾ ਦੁਆਰਾ ਬੋਲਿਆ ਜਾਂਦਾ ਹੈ। ਗਲੇ ਵਿੱਚ ਆਇਆ ਸ਼ਬਦ ਰਸਨਾ ਹੀ ਪ੍ਰਗਟ ਕਰਦੀ ਹੈ। ਇੱਥੇ ਹਰਿਨਾਮ ਦਾ ਭਾਵ ਅਰਥ ਆਪਾਂ ਇਹ ਲਵਾਂਗੇ ਕਿ ਸ਼ਬਦ, ਜੋਤ, ਪਰਮੇਸ਼ਵਰ ਦਾ ਨਾਮ ਕੰਠ ਵਿੱਚ ਘੁਲ ਮਿਲ ਗਿਆ ਹੈ। ਵਾਹਿਗੁਰੂ ਜੀ ਜੋਤ ਸਰੂਪ ਹਨ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜੋ ਵਾਹਿਗੁਰੂ ਜੀ ਸਾਡਾ ਜਿਹੜਾ ਮਨ ਦਾ ਮੂਲ ਹੈ ਉਹ ਵੀ ਜੋਤ ਸਰੂਪ ਹੈ। ਵਾਹਿਗੁਰੂ ਜੀ ਜੋਤ ਸਰੂਪ ਹਨ। ਮਨ ਵੀ ਉਹਦਾ ਹੀ ਇੱਕ ਹਿੱਸਾ ਜੋਤ ਸਰੂਪ ਹੈ। ਜੋਤ ਸ਼ਬਦ ਰੂਪ ਹੋ ਕੇ ਵਰਤਦੀ ਹੈ। ਜੋਤ ਸ਼ਬਦ ਰੂਪ ਹੋ ਕੇ ਵਰਤਦੀ ਹੈ। ਸ਼ਬਦ ਗਲੇ ਵਿੱਚ, ਕੰਠ ਵਿੱਚ ਘੁਲ ਮਿਲ ਸਕਦਾ ਹੈ। ਜੋ ਹਿਰਦੇ ਵਿੱਚ ਜੋਤ ਪ੍ਰਗਟ ਹੁੰਦੀ ਹੈ, ਹਰੀ ਨਾਮ ਦਾ ਜੋ ਵਾਸਾ ਹੁੰਦਾ ਹੈ ਹਿਰਦੇ ਵਿੱਚ, ਉਹ ਪਹਿਲਾਂ ਕੰਠ ਵਿੱਚ ਉਤਰਦਾ ਹੈ, ਫਿਰ ਰਸਨਾ ਦਾ ਬੋਲ ਬਣ ਕੇ ਜਾਂ ਗਾ ਕੇ ਪ੍ਰਗਟ ਕੀਤਾ ਜਾਂਦਾ ਹੈ। ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਹਿਆ ਵਾ। ਭਾਵ ਕੰਠ ਦੁਆਰਾ ਇਸ ਪ੍ਰਕਾਰ ਉਹਨਾਂ ਜੀਆਂ ਨੂੰ ਪੋਹ ਦਾ ਮਹੀਨਾ, ਕੱਕਰ ਵਰਗਾ ਮੌਸਮ, ਕਠੋਰਤਾ, ਕੋਰਾਪਨ, ਇਹ ਉਸਦੇ ਮਨ ਵਿੱਚ ਜ਼ੋਰ ਨਹੀਂ ਪਾ ਸਕਦੇ, ਕਿਉਂਕਿ ਇਸ ਜੀ ਦਾ ਮਨ ਸਤਿਗੁਰੂ ਦੇ ਸੋਹਣੇ ਚਰਨਾਂ ਦੇ ਵਿੱਚ ਵਿਝਿਆ ਰਹਿੰਦਾ ਹੈ। ਉਸ ਇਨਸਾਨ ਦੀ ਬਿਰਤੀ, ਉਸ ਇਨਸਾਨ ਦੀ ਜਿਹਦਾ ਮਨ ਸੋਹਣੇ ਚਰਨਾਂ ਵਿੱਚ ਵਿਝਿਆ ਰਹਿੰਦਾ ਹੈ, ਉਸ ਇਨਸਾਨ ਦੀ ਬਿਰਤੀ ਪ੍ਰਭੂ ਦੇ ਦੀਦਾਰ ਦੀ ਤਾਂਘ ਵਿੱਚ ਫਿਰ ਜੁੜੀ ਰਹਿੰਦੀ ਹੈ। ਅਤੇ ਪ੍ਰੇਮ ਨਾਲ ਭਰ ਕੇ ਫਿਰ ਉਹ ਜੋ ਜੀ ਹੈ, ਜਿਹਦੀ
ਸਤਿਗੁਰੂ ਦੇ ਚਰਨਾਂ ਨਾਲ ਸੁਰਤੀ ਜੁੜੀ ਰਹਿੰਦੀ ਹੈ ਔਰ ਦਰਸ਼ਨਾਂ ਦੀ ਤਾਂਘ ਬਣੀ ਰਹਿੰਦੀ ਹੈ। ਐਸੇ ਜੀਆਂ ਦੇ ਮਨ ਜਿਹੜੇ ਆ, ਐਸੇ ਜੀਆਂ ਦੇ ਮਨ ਪ੍ਰੇਮ ਨਾਲ ਭਰ ਕੇ ਸਾਰੇ ਜੀਆਂ ਨੂੰ ਪਿਆਰ ਕਰਦੀ ਹੈ ਅਤੇ ਗੁਰੂ ਜੀ ਦੇ ਬਖਸ਼ੇ ਅਸੂਲਾਂ ਦੇ ਭਾਵ ਧਰਮ ਅਨੁਸਾਰੀ ਜੀਵਨ ਬਤੀਤ ਕਰਦੀ ਹੈ ਅਤੇ ਸਾਰੇ ਜੀਆਂ 'ਤੇ ਆਪਣੀ ਦਇਆ ਹੀ ਕਰਦੀ ਹੈ। ਕਿਸੇ ਨੂੰ ਦੁੱਖ ਤਕਲੀਫ ਨਹੀਂ ਦਿੰਦੀ, ਦੂਜੇ ਦਾ ਦੁੱਖ ਆਪਣਾ ਦੁੱਖ ਸਮਝਦੀ ਹੈ ਅਤੇ ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਵੀ ਕਰਦੀ ਹੈ। ਜਿਨ੍ਹਾਂ ਦੇ ਕੰਠ ਵਿੱਚ ਹਰੀ ਪ੍ਰਭੂ ਸ਼ਬਦ ਰੂਪ ਵਿੱਚ ਆਣ ਵਸਦਾ ਹੈ, ਇਹ ਸਾਰਾ ਜੋ ਬਿਰਤਾਂਤ ਆਪ ਜੀ ਨੇ ਉਸ ਕੰਠ ਦੁਆਰਾ ਪ੍ਰਭੂ ਨੂੰ ਮਿਲਣ ਦਾ, ਪ੍ਰਭੂ ਹਰੀ ਨਾਂ ਦੇ ਵਸਣ ਦਾ ਬਿਰਤਾਂਤ ਹੈ। ਜਿਨ੍ਹਾਂ ਦੇ ਹਿਰਦੇ 'ਚ ਵਸ ਜਾਂਦਾ ਹੈ, ਜਿਨ੍ਹਾਂ ਦੇ ਕੰਠ ਗਲੇ ਵਿੱਚ ਹਰ ਵੇਲੇ ਵਾਹਿਗੁਰੂ 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 ਸ਼ਬਦ ਹਰ ਵੇਲੇ ਸਵਾਸ ਗਰਾਸ, ਕੰਠ ਸਵਾਸ ਗਰਾਸ ਵੀ ਕੰਠ ਤੋਂ ਹੀ ਥੱਲੇ ਜਾਂਦੇ ਨੇ, ਉੱਤੇ ਜਾਂਦੇ ਨੇ, ਸਵਾਸ ਗਰਾਸ ਕੰਠ ਨਾਲ ਜੁੜੇ ਰਹਿੰਦੇ ਨੇ। ਸੋ ਇਹ ਕੰਠ ਦੀ ਸਾਰੀ ਵਿਚਾਰ ਹੈ। ਹੁਣ ਅੱਗੇ ਆਪਾਂ ਚੱਲਦੇ ਹਾਂ, ਦੂਸਰੀ ਪੰਕਤੀ ਲੈਂਦੇ ਹਾਂ। ਓਟ ਗੋਬਿੰਦ ਗੋਪਾਲ ਰਾਏ, ਓਟ ਗੋਬਿੰਦ ਗੋਪਾਲ ਰਾਏ, शिवा स्वामी लहा, बिख्या पोए ना सकई, मिल साधु गुण गा। बिख्या पोहे ना सकाई, मिल साधु गुण गा, मिल साधु गुण गा, मिल साधु मिल साधु मिल साधु गुण गा। जिस जीव इस्त्री ने गोविंद गोपाल का आसरा लिया है, उसने प्रभुपति की सेवा का लाभ खटिया है। माया उसनूं पो नहीं सकती। गुरु नूं मिल के उसने प्रभु की सिफत सलाह विच चुब्बी लाई है। They are attached to the blessed vision of the Lord's darshan, seek the protection of the Lord of the universe. His service is thoroughly perfectible. ਹੁਣ ਆਪਾਂ ਨੇ ਇਸ ਦੀ ਖੁੱਲ੍ਹ ਕੇ ਵਿਚਾਰ ਕਰਨੀ। ਜਿਸ ਨੇ ਵੀ ਗੋਬਿੰਦ ਗੋਪਾਲ ਰਾਏ ਜੀ ਦਾ ਆਸਰਾ ਲੈ ਕੇ ਸਾਧੂ ਅਤੇ ਸਾਧ ਸੰਗਤ ਵਿੱਚ ਬੈਠ ਕੇ
ਹਰੀ ਪਰਮੇਸ਼ਰ ਨਾਨਕ ਪਿਆਰੇ ਦੇ ਗੁਣ ਗਾਏ ਹਨ। ਉਹਨਾਂ ਨੂੰ ਸੁਆਮੀ ਨੇ ਆਪਣੀ ਸੇਵਾ ਵਿੱਚ ਲਾਇਆ ਹੈ ਅਤੇ ਉਹਨਾਂ ਨੇ ਹੀ ਲਾਹਾ ਖਟਿਆ ਹੈ। ਜਿਨ੍ਹਾਂ ਨੂੰ ਹਰੀ ਪਰਮੇਸ਼ਰ ਨੇ ਆਪਣੇ ਗੁਣ ਗਾਵਨ ਦੇ ਲਈ ਲਾ ਲਿਆ ਹੈ, ਆਪਣੀ ਸੇਵਾ ਦੇ ਵਿੱਚ ਲਾਇਆ ਹੈ। ਇਸ ਕਰਕੇ ਉਹਨਾਂ ਨੂੰ ਇਹ ਵਿਗ ਸੰਸਾਰ ਭਾਵ ਤ੍ਰੈ ਗੁਣਾਂ ਦਾ ਬਣਿਆ ਸੰਸਾਰ, ਇਸੇ ਵਿੱਚ ਉਲਝਿਆ ਹੋਇਆ ਸੰਸਾਰ, ਪੰਜਾਂ ਚੋਰਾਂ ਠੱਗਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਗਵਾਚਾ ਹੋਇਆ, ਫਿਰ ਉਹਨਾਂ ਨੂੰ ਇਹ ਪੋ ਨਹੀਂ ਸਕਦਾ ਗੁਰੂ ਪਿਆਰਿਓ। ਭਾਵ ਇਹ ਪੋਹ ਦਾ ਮਹੀਨਾ ਫਿਰ ਉਹਨਾਂ ਨੂੰ ਪਰੇਸ਼ਾਨ ਨਹੀਂ ਕਰ ਸਕਦਾ। ਕਈ ਵਾਰੀ ਇਹਨਾਂ ਵਿਖਿਆ ਵਿੱਚ ਵਸਿਆ ਆਦਮੀ ਬਿਨਾਂ ਵਿਚਾਰ ਕੀਤਿਆਂ, ਆਹ ਗੱਲ ਧਿਆਨ ਵਾਲੀ ਰੱਖਣ ਵਾਲੀ ਭਾਈ ਪਿਆਰਿਓ, ਇਹ ਗੱਲ ਬਹੁਤ ਗੌਰ ਰੱਖਣ ਵਾਲੀ। ਐਸਾ ਸੰਸਾਰ ਵਿੱਚ ਬਹੁਤ ਹੋ ਰਿਹਾ ਹੈ। ਕਈ ਵਾਰੀ ਇਹਨਾਂ ਵਿਖਿਆ ਵਿੱਚ ਵਸਿਆ ਆਦਮੀ, ਇਸ ਵਿਖਿਆ ਵਿੱਚ ਖੁੱਭਿਆ ਆਦਮੀ ਬਿਨਾਂ ਵਿਚਾਰ ਕੀਤਿਆਂ ਸੁਸਾਈਡ ਆਤਮ ਹੱਤਿਆ ਵੀ ਕਰ ਜਾਂਦੇ ਹਨ, ਦੁੱਖਾਂ ਤਕਲੀਫਾਂ ਪਰੇਸ਼ਾਨੀਆਂ ਨਾ ਝੱਲਦਿਆਂ ਹੋਇਆ। ਮੈਨੂੰ ਅੱਜ ਹੀ ਇੱਕ ਗੁਰਮੁਖ ਪਿਆਰਾ ਮਿਲ ਕੇ ਗਿਆ ਹੈ, ਜਿਸ ਨੇ ਇਹ ਮੈਨੂੰ ਗੱਲ ਦੱਸੀ। ਮੇਰੇ ਲੂਹ ਕੰਡੇ ਖੜੇ ਹੋ ਗਏ ਗੱਲ ਸੁਣ ਕੇ। ਉਹ ਕਹਿੰਦੇ ਸੀ, ਗੁਰਮੁਖ ਪਿਆਰੇ ਵੀ ਸੁਸਾਈਡ ਕਰਨ ਵਾਲੇ, ਆਤਮ ਹੱਤਿਆ ਕਰਨ ਵਾਲੇ 550 ਸਾਲ ਯਾਨੀ ਕਿ 550 ਸਾਲ ਉਹਨਾਂ ਦੀ ਰੂਹ ਭਟਕਦੀ ਰਹਿੰਦੀ ਹੈ, ਉਹਨਾਂ ਨੂੰ ਥਾਂ ਨਹੀਂ ਮਿਲਦੀ। ਸੁਸਾਈਡ ਕਰਨ ਵਾਲਿਓ ਥੋੜ੍ਹਾ ਧਿਆਨ ਨਾਲ ਇਹ ਗੱਲ ਨੂੰ ਸੁਣੋ। ਕਿਸੇ ਗੁਰਮੁਖ ਪਿਆਰੇ ਨੇ ਮੈਨੂੰ ਗੱਲ ਦੱਸੀ, ਮੈਨੂੰ ਆਪ ਨਹੀਂ ਸੀ ਪਤਾ। ਤੋ ਮੈਂ ਫਿਰ ਅੱਗੇ ਆਪ ਜੀ ਨੂੰ ਫਿਰ ਹੁਣ ਇਸ ਕਰਕੇ ਇਸ ਬਾਰੇ ਵੀ ਧਿਆਨ ਰੱਖਣ ਵਾਲੀ ਗੱਲ ਹੈ। ਪ੍ਰਭੂ ਦੀ ਸੇਵਾ ਲੱਗਣ ਵਾਲੇ ਹਰੀ ਨਾਮ ਦਾ ਲਾਹਾ ਖੱਟਣ ਵਾਲੇ ਇਸ ਵਿਖਿਆ ਸੰਸਾਰ ਵਿੱਚ ਦੁੱਖ ਤਕਲੀਫਾਂ ਦੇ ਲੱਛਣਾਂ ਤੋਂ ਬਚ ਜਾਂਦੇ ਹਨ ਅਤੇ ਸੱਚੀ ਵਿਚਾਰ ਕਰਕੇ ਸਾਧੂਆਂ ਗੁਰਮੁਖਾਂ ਦੀ ਸੰਗਤ ਨਹੀਂ ਛੱਡਦੇ। ਗੁਰਮੁਖਾਂ ਦੀ, ਪਿਆਰਿਆਂ ਦੀ, ਸਾਧੂਆਂ ਦੀ, ਸੰਗਤਾਂ ਦੀ ਸੰਗਤ ਨਹੀਂ ਛੱਡਦੇ। ਜਦੋਂ ਸੰਗਤ ਛੁੱਟ ਜਾਂਦੀ ਆ, ਪਰਮੇਸ਼ਰ ਭੁੱਲ ਜਾਂਦਾ, ਫਿਰ ਪਰਮੇਸ਼ਰ ਦੇ ਭੁੱਲਿਆ ਵਿਆਪਨ ਸਭੇ ਰੋਗ ਵਾਲੀ ਕਹਾਣੀ ਬਣ ਜਾਂਦੀ ਹੈ। ਅਤੇ ਗੁਰਮੁਖਾਂ ਦੀ ਸੰਗਤ ਨਹੀਂ ਛੱਡਦੇ ਆਪ ਅਤੇ ਆਪਣੇ ਜੀਵਨ ਨੂੰ ਗੁਰੂ ਜੀ ਨੂੰ ਮਿਲ ਕੇ ਪ੍ਰਭੂ ਦੀ ਸਿਫਤ ਸਲਾਹ ਵਿੱਚ ਚੁੱਭੀਆਂ ਲਾਉਂਦੇ ਨੇ ਤੇ ਲਾਉਂਦੇ ਰਹਿੰਦੇ ਨੇ। ਗੁਰਮੁਖਾਂ ਦੀ ਸੰਗਤ ਨਹੀਂ ਛੱਡਦੇ, ਆਪਣਾ ਜੀਵਨ ਸੁਖਾਲਾ ਬਣਾਈ ਰੱਖਦੇ ਹਨ। ਸਤਿਗੁਰੂ ਜੀ ਪਿਆਰਿਓ, ਹੁਣ ਆਪਾਂ ਤੀਸਰੀ ਪੰਕਤੀ ਵੱਲ ਵੱਧ ਰਹੇ ਹਾਂ। ਜਹ ਤੇ ਉਪਜੀ ਤਹ ਮਿਲੀ, ਸੱਚੀ ਪ੍ਰੀਤ ਸਮਾਹੋ, ਸੱਚੀ ਪ੍ਰੀਤ ਸਮਾਹੋ। ਜਹ ਤੇ ਉਪਜੀ ਤਹ ਮਿਲੀ, ਸੱਚੀ ਪ੍ਰੀਤ ਸਮਾਹੋ। ਕਰ ਗਏ ਲੀਨੀ ਪਾਰ ਬ੍ਰਹਮ, ਕਰ ਗਏ ਲੀਨੀ ਪਾਰ ਬ੍ਰਹਮ। ਬਹੁੜ ਨ ਵਿਛੜਿਆ,
न विछड़िया। Corruption shall not touch you when you join the holy saints and sing the Lord's praises. From where it originated, its allure bed in the love. Allure bed in the love of from where it originated, there the soul is blended again. It's also bad in the love of true Lord, when the Supreme Lord God of true Lord, the Supreme Lord grasps some and hand, he shall never again suffer separation from him। ਜਿਸ ਪਰਮਾਤਮਾ ਤੋਂ ਉਸਨੇ ਜਨਮ ਲਿਆ ਹੈ ਉਸੇ ਵਿੱਚ ਹੀ ਜੁੜੇ ਰਹਿੰਦੇ ਹਨ। ਜਿਸ ਪਰਮਾਤਮਾ ਤੋਂ ਇਨਸਾਨ ਨੇ ਜਨਮ ਲਿਆ ਹੈ, ਉਸਨੇ ਜਨਮ ਲਿਆ ਹੈ, ਉਸੇ ਵਿੱਚ ਹੀ ਜੁੜੇ ਰਹਿੰਦੇ ਹਨ। ਉਸ ਦੀ ਲਿਵ ਪ੍ਰਭੂ ਦੀ ਪ੍ਰੀਤ ਵਿੱਚ ਲੱਗੀ ਰਹਿੰਦੀ ਹੈ। ਤਹਿਮਿਲੀ ਭਾਵ ਇੰਜ ਕਰਨ ਕਰਕੇ ਜਿਸ ਤੋਂ ਪੈਦਾ ਹੁੰਦੀ ਹੈ ਉਸੇ ਵਿੱਚ ਮਿਲ ਜਾਂਦੀ ਹੈ। ਪਾਰ ਬ੍ਰਹਮ ਜੀ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਆਪਣੇ ਚਰਨਾਂ ਵਿੱਚ ਜੋੜਿਆ ਹੁੰਦਾ ਹੈ। ਇਸ ਕਰਕੇ ਉਹ ਮੁੜ ਕੇ ਉਸ ਦੇ ਚਰਨਾਂ ਤੋਂ ਨਹੀਂ ਵਿਛੜਦੀ। ਚਰਨਾਂ ਦੇ ਭਾਵ ਨਾਮ, ਨਾਮ ਦਾ ਭਾਵ ਸ਼ਬਦ, ਸ਼ਬਦ ਦਾ ਭਾਵ ਗੁਰਬਾਣੀ ਤੋਂ ਨਹੀਂ ਵਿਛੜਦੀ। ਹੁਣ ਅਗਲੀਆਂ ਪੰਕਤੀਆਂ ਸਰਵਣ ਕਰੀਏ ਜੀਓ। ਬਾਰ ਜਾਉ ਲੱਖ ਬੇਰੀਆਂ, ਹਰ ਸੱਜਣ ਅਗਮ ਅਗਾਹ, ਹਰ ਸੱਜਣ ਅਗਮ ਅਗਾਹ। ਬਾਰ ਜਾਉ ਲੱਖ ਬੇਰੀਆਂ, ਬਾਰ ਜਾਉ ਲੱਖ ਬੇਰੀਆਂ, ਬਾਰ ਜਾਉ ਲੱਖ ਬੇਰੀਆਂ। ਸ਼ਰਮ ਪਈ ਨਾਰਾਇਣ ਨਾਨਕ ਦਰ
ਪਈ ਭੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਜਿਸ ਬਖਸ਼ੇ ਵੇ ਪਰਵਾਹ ਵੇ ਲਓ ਜੀ ਸਤਿਗੁਰੂ ਦੇ ਪਿਆਰਿਓ, ਇਹ ਆਖਰਲੀਆਂ ਪੰਕਤੀਆਂ ਸੀ ਦੋ। ਬਾਹਰ ਜਾਉ ਲਖ ਬੇਰੀਆਂ ਹਰ ਸਜਣ ਅਗਮ ਅਥਾ ਅਗਾਹੋ ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ ਭੋਗ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹ। I am sacrific 100,000 times to the 1,00,000 time to the Lord. I am sacrific 1,00,000 time to the Lord. My friend the unapproachable, please preserve my honor. Lord Nanak begs of your door. Poe is beautiful and all of your door. Poe is beautiful and all comforts come to the that one whom the carefree Lord has forgiven. Carefree, whom the carefree Lord has forgiven. ਮੇਰਾ ਵਾਹਿਗੁਰੂ ਸੱਜਣ ਪ੍ਰਭੂ ਬੜਾ ਆਪਹੁੰਚ ਹੈ। ਆਪਣੇ ਜ਼ੋਰ ਨਾਲ, ਆਪਣੀ ਸ਼ਕਤੀ ਨਾਲ, ਆਪਣੇ ਮਾਨਤਾ ਉੱਥੇ ਨਹੀਂ ਪਹੁੰਚਿਆ ਜਾ ਸਕਦਾ ਹੈ। ਆਪਹੁੰਚ ਹੈ, ਬੜਾ ਡੂੰਘਾ ਹੈ। ਅਗਾਹ ਅਗੰਮ ਆਪਹੁੰਚ ਹੈ, ਡੂੰਘਾ ਅਗਾਹ ਹੈ। ਵਾਹਿਗੁਰੂ ਜੀ, ਮੈਂ ਤੇਰੇ ਤੋਂ ਲੱਖਾਂ ਵਾਰੀ ਕੁਰਬਾਨ ਜਾਵਾਂ। ਜੋ ਨਾਨਕ ਪਰਮੇਸ਼ਰ ਦੇ ਦਰ ਤੇ ਪੈ ਜਾਂਦੇ ਹਨ, ਜੋ ਗੁਰੂ ਦੀ ਚਰਨ ਛਾਨ ਵਿੱਚ ਜਾਂਦੇ ਹਨ, ਨਾਰਾਇਣ ਨੂੰ ਉਹਨਾਂ ਦੀ ਲਾਜ ਇੱਜ਼ਤ ਰੱਖਣੀ ਪੈਂਦੀ ਹੈ। ਵਾਹਿਗੁਰੂ ਜੀ, ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਪੰਜਵੀਂ ਪਾਤਸ਼ਾਹੀ ਨਾਨਕ ਰੂਪ, ਨਾਨਕ ਦਾ ਪੰਜਵਾਂ ਜੰਮ ਫਰਮਾਉਂਦੇ ਹਨ। ਜੋ ਵੀ ਨਾਨਕ ਦੇ ਦਰ ਤੇ ਜਾਂਦੇ ਹਨ, ਭਾਈ ਸਤਿਗੁਰੂ ਨਾਨਕ ਪਿਆਰੇ ਦੇ ਦਰ ਜਾਂਦੇ ਹਨ, ਫਿਰ ਨਾਰਾਇਣ ਨੂੰ ਵੀ ਉਹਨਾਂ ਦੀ ਲਾਜ ਰੱਖਣੀ ਪੈਂਦੀ ਆ, ਉਹਨਾਂ ਦੀ ਇੱਜ਼ਤ ਰੱਖਣੀ ਪੈਂਦੀ ਆ। ਸ਼ਰਮ ਪਈ ਨਾਰਾਇਣ
ਜਿਸ ਉੱਤੇ ਉਹ ਬੇਪਰਵਾਹ ਵਾਹਿਗੁਰੂ ਪ੍ਰਭੂ ਮਿਹਰ ਕਰਦਾ ਹੈ, ਉਸ ਨੂੰ ਇਹ ਫਿਰ ਪੋਹ ਦਾ ਮਹੀਨਾ ਵੀ ਸੁਹਾਵਣਾ ਲੱਗਦਾ ਹੈ। ਉਸ ਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਇਹ ਪੋਹ ਦੇ ਮਹੀਨੇ ਦੀ ਵਿਚਾਰ ਸਿੰਪਲ ਜੀ ਸਤਿਗੁਰੂ ਜੀ ਦੀ ਕਿਰਪਾ ਨਾਲ ਆਪ ਜੀ ਦੇ ਹਿਰਦੇ ਤਾਈਂ ਸਤਿਗੁਰੂ ਦੀ ਮਿਹਰ ਨਾਲ, ਸਤਿਗੁਰੂ ਦੇ ਹੁਕਮ ਨਾਲ ਪਹੁੰਚਾਈ ਹੈ ਜੀਓ। ਬੱਚੇ ਹਾਂ, ਅਣਜਾਣ ਹਾਂ, ਬਹੁਤੀ ਸਿਆਣਪ ਡੂੰਘੀ ਨਹੀਂ ਹੈ। ਆਮ ਜਿਹੇ ਇਨਸਾਨ हम रुलते फिरते कोई बात ना पूछता। वाहिगुरू वाहिगुरू। गरीब नवाज सतगुरू की साध संगत जीओ, भुलां चुकां गलतियां मुआफ़ करनियां। आम कीर्तनियां वांग, आम कथाकारां वांग, आम संतां महापुरखां वांग भई आपां सियाणे नहीं हाँ, ना ही इतनी डूंघे हाँ। बस प्रेम प्यार दी सतगुरू की बख्शिश नाल जो भी महाराज किरपा करते हैं, अंदरों बस इक्को ही हुक उठदी कि सतगुरू जी साध संगत जीओ आप जी तक पहुँचा कर दें, पहुँच कर दें। आप जी भी मेहर करो, आप जी भी मेरा सुनेहा घर घर पहुँचा दिओ। अरदास करनी कि वाहिगुरू दा जो सुनेहा एक एक रोम दे विच पहुँच जावे। इस वक्त शरीर दे रोम ही उसदे साथी हन। इन्हां रोमां नूं ही लखां लखां जेबां लगणियां ने। इन्हां ने ही फिर राम का नाम सिमरना है। तो साध संगत जी के चरणों च अरदास है अपने वास्ते भी और इस गरीब कमलजीत सिंह वास्ते भी करनी कि रोम रोम सतगुर दे गुण गा सके। बख्शिश करनी अवगुण ना चितारियो, लिखे ना विचारियो, सतगुर संग सभे काज सवारियो। विसर नाही दातार अपना नाम दियो, गुण गावां दिन रात नानक चाओ इहो। नानक नाम चढ़दी कला, तेरे भन सबदा भला, नाम खुमारी नानका चढ़ी रहे दिन रात। बख्शिश करनी, किरपा करनी। अज दा जो हुक्म नामा सवेरे आया सी, उसकी भी सवेरे अमृत वेले आप जी तक कोशिश करांगे विचार हो पावे। सो बख्शिशां करनियां, आनंद मंगल खेड़े बख्शने, सत सुहान सदा मन चाओ बनिया रहे। दुख भंजन तेरा नाम जी, दुख भंजन तेरा नाम, आठ पैर आराधिए पूर्ण सतगुरु। आठ पैर आराधन की बख्शिश हो जावे। दिओ सजन आशीषड़ियाँ जो सहब शु मेल, घर घर इहो पहुँचा सदड़े नित पवन। सदनहारा सिमरिया नानक से देह आवन। वो दिन साढ़े ते भी आ जावे, वो घड़ी वो समा वो पल सानू भी मिल जावे, जिस मिलने करके सिमरन हो जाए, तो जिस सिमरन करके प्रभु परमेश्वर की प्राप्ति हो जाए। सतगुरु जी वाहिगुरू जी का खालसा, वाहिगुरू जी की फतेह।